ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਪਰਮੇਸ਼ਰ ਦਾ ਦਾਸ ਪਾਸਟਰ ਚੰਨ ਮੈਥਿਊ ਬਾਈਬਲ ਚਰਚ ਆਫ ਗॉड ਚਰਚ ਵੱਲੋਂ ਮੈਂ ਤੁਹਾਡਾ ਸਵਾਗਤ ਕਰਦਾ। ਪਰਮੇਸ਼ਰ ਦੇ ਨਾਮ ਨੂੰ ਮਹਿਮਾ ਦਿੰਦੇ ਹਾਂ ਕਿ ਉਸ ਪਰਮੇਸ਼ਰ ਨੇ ਸਾਨੂੰ ਅੱਜ ਦਾ ਇੱਕ ਦਿਨ ਹੋਰ ਦਿੱਤਾ। ਸੋ ਅਸੀਂ ਪਰਮੇਸ਼ਰ ਦੇ ਸ਼ੁਕਰਗੁਜ਼ਾਰ ਹਾਂ ਕਿ ਖੁਦਾ ਨੇ ਸਾਨੂੰ ਇਸ 11ਵੇਂ ਮਹੀਨੇ ਦੇ ਪਰਮੇਸ਼ਰ ਨੇ ਅੱਜ ਲਾਸਟ ਹਫਤੇ ਦੇ ਵਿੱਚ ਲੈ ਕੇ ਆਂਦਾ ਸੀ। ਉਸ ਪਰਮੇਸ਼ਰ ਦੇ ਨਾਮ ਨੂੰ ਬਹੁਤ ਸਾਰਾ ਜਲਾਲ ਦਿੰਦੇ ਹਾਂ। ਪ੍ਰਭੂ ਨੂੰ ਬਹੁਤ ਸਾਰੀ ਮਹਿਮਾ ਮਿਲੇ ਜਿਸ ਪਰਮੇਸ਼ਰ ਨੇ ਮੈਨੂੰ ਅਤੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਨੇ ਸੰਭਾਲ ਕੇ ਰੱਖਿਆ ਹੈ। ਸੋ ਆਈਏ ਅਸੀਂ ਅੱਜ ਫੇਰ ਇੱਕ ਵਾਰੀ ਪਰਮੇਸ਼ਰ ਦੇ ਵਚਨ ਦੁਆਰਾ ਗੱਲਬਾਤ ਕਰਾਂਗੇ। ਸੋ ਅੱਜ ਮੈਂ ਪਰਮੇਸ਼ਰ ਦੇ ਵਚਨ ਵਿੱਚੋਂ ਥੋੜਾ ਸਮਾਂ ਤੁਹਾਡੇ ਨਾਲ ਗੁਜ਼ਾਰਨਾ ਚਾਹੁੰਦਾ ਵਾਂ ਔਰ ਇਸ ਵੀਡੀਓ ਦੇ ਮਾਧਿਅਮ ਰਾਹੀਂ ਤੁਹਾਨੂੰ ਮੈਂ ਸਿਖਾਉਣ ਜਾ ਰਿਹਾ ਕਿ ਅਸੀਂ ਔਰ ਪਰਮੇਸ਼ਰ ਦੇ ਕਈਆਂ ਹੋਈਆਂ ਗੱਲਾਂ 'ਤੇ ਗੌਰ ਕਰੀਏ। ਗੌਰ ਕਰਨ ਦੇ ਬਾਰੇ ਅੱਜ ਅਸੀਂ ਪ੍ਰਭੂ ਦੇ ਵਚਨ 'ਚ ਦੇਖਾਂਗੇ। ਕਈ ਵਾਰੀ ਸਾਡੇ ਜੀਵਨ 'ਚ ਕੁਝ ਗੱਲਾਂ ਬੈਠ ਜਾਂਦੀਆਂ ਨੇ, ਕਈ ਬੁਰੀਆਂ ਗੱਲਾਂ ਬੈਠ ਜਾਂਦੀਆਂ ਨੇ, ਕਈ ਪਾਪ ਦੀਆਂ ਗੱਲਾਂ, ਲੜਾਈ ਝਗੜੇ ਦੀਆਂ ਗੱਲਾਂ, ਬਦਲਾ ਲੈਣ ਦੀਆਂ ਗੱਲਾਂ, ਐਸੀਆਂ ਹੋਰ ਬਹੁਤ ਸਾਰੀਆਂ ਐਸੀਆਂ ਬੁਰੀਆਂ ਗੱਲਾਂ ਜਿਹੜੀਆਂ ਸਾਡੇ ਜੀਵਨ 'ਚ ਬੈਠ ਜਾਂਦੀਆਂ ਨੇ ਕਿਉਂਕਿ ਅਸੀਂ ਉਹਨਾਂ ਨਾਲ ਗੌਰ ਕਰਦੇ, ਉਹਨਾਂ ਵੱਲ ਧਿਆਨ ਕਰਦੇ ਹਾਂ ਕਿ ਮੈਂ ਬਦਲਾ ਲੈਣਾ ਹੈ, ਕਿ ਮੈਂ ਪਾਪ ਕਰਨਾ ਹੈ, ਕਿ ਮੈਂ ਝਗੜਾ ਕਰਨਾ ਹੈ, ਕਿ ਮੈਂ ਉਸ ਇਨਸਾਨ ਕੋਲੋਂ ਪੈਸੇ ਲੈਣੇ ਆ, ਉਹਨੂੰ ਗੁੱਸੇ ਨਾਲ ਬੋਲਾਂਗਾ ਔਰ ਬਹੁਤ ਕੁਝ ਐਸਾ ਜੋ ਅਸੀਂ ਗੌਰ ਕਰਦੇ ਹਾਂ ਤੇ ਉਹ ਸਾਡੇ ਜੀਵਨ 'ਚ ਬੈਠ ਜਾਂਦਾ ਹੈ। ਸੋ ਇਸੇ ਪ੍ਰਕਾਰ ਨਾਲ ਹੀ ਔਰ ਅਸੀਂ ਬਾਈਬਲ ਦੇ ਵਿੱਚ ਅੱਜ ਦੇਖਾਂਗੇ ਗੌਰ ਕਰਨ ਦੇ ਬਾਰੇ। ਸੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਜਿਸ ਤਰੀਕੇ ਨਾਲ ਅਸੀਂ ਦੁਨੀਆਦਾਰੀ ਦੀਆਂ ਗੱਲਾਂ ਦੇ ਵੱਲ ਗੌਰ ਕਰਦੇ ਹਾਂ ਉਸੇ ਤਰੀਕੇ ਦੇ ਨਾਲ ਹੀ ਅਸੀਂ ਉਸ ਪਰਮੇਸ਼ਰ ਦੇ ਵਚਨ ਦੇ ਵੱਲ ਵੀ ਧਿਆਨ ਕਰੀਏ ਔਰ ਗੌਰ ਕਰੀਏ, ਜਾਂ ਫਿਰ ਅਸੀਂ ਕਹਿ ਸਕਦੇ ਵਿਚਾਰ ਕਰੀਏ। ਕਿਉਂਕਿ ਜਿੰਨੀ ਦੇਰ ਤੱਕ ਅਸੀਂ ਗੌਰ ਨਹੀਂ ਕਰਦੇ, ਵਿਚਾਰ ਨਹੀਂ ਕਰਦੇ, ਉਨੀ ਦੇਰ ਤੱਕ ਸਾਡੇ ਅੰਦਰ ਨਹੀਂ ਬਹਿੰਦਾ। ਔਰ ਇਸ ਲਈ ਸਾਡੇ ਅੰਦਰ ਪਰਮੇਸ਼ਰ ਦਾ ਵਚਨ ਜਾਣਾ, ਸਾਡੇ ਹਿਰਦੇ ਵਿੱਚ ਜਾਣਾ ਅਤੇ ਫਿਰ ਸਾਡਾ ਮਨ ਬਦਲਣਾ ਇਹ ਬੜਾ ਜ਼ਰੂਰੀ ਆ। ਪਰਮੇਸ਼ਰ ਦੇ ਵਚਨ ਵਿੱਚੋਂ ਮੱਤੀ ਦੀ ਅੰਜੀਲ 13 ਅਧਿਆਇ ਵਿੱਚ ਔਰ ਪ੍ਰਭੂ ਯਿਸੂ ਮਸੀਹ ਨੇ 7 ਦ੍ਰਿਸ਼ਟਾਂਤ ਔਰ ਦੱਸੇ ਹੋਏ ਨੇ। ਮੱਤੀ ਦੀ ਅੰਜੀਲ 13 ਅਧਿਆਇ ਵਿੱਚ 7 ਕਹਾਣੀਆਂ, ਅਸੀਂ ਜਿਸ ਤਰ੍ਹਾਂ ਕਹਿ ਸਕਦੇ ਹਾਂ 7 ਦ੍ਰਿਸ਼ਟਾਂਤ। ਦ੍ਰਿਸ਼ਟਾਂਤ ਦਾ ਅਰਥ ਹੈ ਕਹਾਣੀਆਂ ਦੇ ਜ਼ਰੀਏ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਵਚਨ ਸਮਝਾਇਆ। ਔਰ ਬੀਜ ਦੇ ਬਾਰੇ ਔਰ ਅਸੀਂ 3 ਕਹਾਣੀਆਂ ਵਿੱਚੋਂ ਵਚਨ ਨੂੰ ਦੇਖਦੇ ਹਾਂ। ਬੀਜ ਦੇ ਬਾਰੇ ਆਇਆ ਔਰ ਅਸੀਂ ਦੇਖਦੇ ਹਾਂ ਇੱਕ ਰਾਈ ਦੇ ਦਾਣੇ ਦਾ ਬੀਜ ਦੇ ਬਾਰੇ ਔਰ 4 ਤਰ੍ਹਾਂ ਦੇ ਬੀਜ ਦੇ ਬਾਰੇ ਅਸੀਂ ਬਾਈਬਲ 'ਚੋਂ ਵੇਖਦੇ ਹਾਂ। ਔਰ ਬੀਜ ਬੀਜਿਆ ਔਰ ਉਹਦੇ ਵਿੱਚ ਵੈਰੀ ਆ ਕੇ ਫਸਲ ਦੇ ਵਿੱਚ ਜੰਗਲੀ ਬੂਟੀ ਬੀਜ ਗਿਆ। ਇਸ ਪ੍ਰਕਾਰ ਦੇ ਨਾਲ 7 ਦੇ ਵਿੱਚੋਂ 3 ਬੀਜ ਦੀਆਂ ਹੀ ਕਹਾਣੀਆਂ ਪ੍ਰਭੂ ਯਿਸੂ ਮਸੀਹ ਨੇ ਦੱਸੀਆਂ ਨੇ। ਸੋ ਬਾਈਬਲ ਦੇ ਵਿੱਚ ਅਸੀਂ ਔਰ ਦੇਖਦੇ ਹਾਂ ਕਿ ਅੱਜ ਮੈਂ ਇੱਕ ਆਇਤ ਪੜ੍ਹਨਾ ਚਾਹੁੰਦਾ ਤੁਹਾਡੇ ਨਾਲ। ਮੱਤੀ ਦੀ ਅੰਜੀਲ 13 ਅਧਿਆਏ ਉਹਦੀ 3 ਆਇਤ ਨੂੰ ਮੈਂ ਪਰਮੇਸ਼ਰ ਦੇ ਵਚਨ ਚੋਂ ਪੜਾਂਗਾ। ਮੱਤੀ ਦੀ ਅੰਜੀਲ 13 ਅਧਿਆਏ, ਜੇਕਰ ਤੁਹਾਡੇ ਕੋਲ ਬਾਈਬਲ ਹੈ ਤੁਸੀਂ ਵੀ ਜ਼ਰੂਰ ਪੜ੍ਹਨਾ ਔਰ ਇਸ ਆਇਤ ਦੇ ਵੱਲ ਗੌਰ ਕਰਨਾ। ਆਈ ਅਸੀਂ ਪੜਾਂਗੇ ਵਚਨ ਦੇ ਵਿੱਚੋਂ। ਇੱਥੇ ਲਿਖਿਆ ਏ, ਉਸ ਨੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਕਿ ਵੇਖੋ ਇੱਕ ਬੀਜ ਬੀਜਣ ਵਾਲਾ ਬੀਜ ਨੂੰ ਨਿਕਲਿਆ। ਹਾਲੇਲੂਇਆ। ਸੋ ਬਾਈਬਲ ਵਿੱਚ ਲਿਖਿਆ ਵੇਖੋ ਇੱਕ ਬੀਜ ਬੀਜਣ ਵਾਲਾ ਬੀਜ ਨੂੰ ਨਿਕਲਿਆ। ਔਰ ਪਰਮੇਸ਼ਵਰ ਦੇ ਵਚਨ 'ਚ ਅਸੀਂ ਵੇਖਦੇ, ਇੱਥੇ ਲਿਖਿਆ ਹੁੰਦਾ ਵੇਖੋ, ਉੱਥੇ ਸੱਚਮੁੱਚ ਹੀ ਵੇਖਣਾ ਮਤਲਬ ਗੌਰ ਕਰਨਾ ਕਿ ਇੱਥੇ ਕੁਝ ਲਿਖਿਆ ਵੇਖੋ ਉਹਦੇ ਮਤਲਬ ਔਰ ਇਹਦੇ ਵੱਲ ਵੇਖਣ ਦੀ ਲੋੜ ਹੈ, ਇਹਦੇ ਵੱਲ ਧਿਆਨ ਕਰਨ ਦੀ ਲੋੜ ਹੈ। ਬਾਈਬਲ ਦੇ ਵਿੱਚ ਅਸੀਂ ਔਰ ਦੇਖਦੇ ਹਾਂ ਬੀਜ ਬੀਜਣ ਤੋਂ ਪਹਿਲਾਂ ਤਿਆਰੀ ਕੀਤੀ ਜਾਂਦੀ ਆ। ਜ਼ਮੀਨ ਦੀ ਤਿਆਰੀ ਕੀਤੀ ਜਾਂਦੀ ਆ, ਹੱਲ ਵਾਏ ਜਾਂਦੇ ਨੇ, ਜ਼ਮੀਨ ਪੱਧਰੀ ਕੀਤੀ ਜਾਂਦੀ ਆ ਔਰ ਜੇਕਰ ਸੁੱਕੀ ਆ ਤਾਂ ਉਹਨੂੰ ਗਿੱਲੀ ਕੀਤਾ ਜਾਂਦਾ ਹੈ। ਔਰ ਇਸ ਪ੍ਰਕਾਰ ਨਾਲ ਬੀਜ ਬੀਜਣ ਤੋਂ ਪਹਿਲਾਂ ਤਿਆਰੀ ਕੀਤੀ ਜਾਂਦੀ ਆ। ਕਈ ਵਾਰ ਅਸੀਂ ਇਸੇ ਵਚਨ ਨੂੰ ਜੇਕਰ ਅਸੀਂ ਆਪਣੇ ਜੀਵਨ ਤੇ ਲਾਗੂ ਕਰਕੇ ਦੇਖੀਏ, ਅੱਜ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਮੇਰੀ ਜ਼ਿੰਦਗੀ 'ਚ ਬਰਕਤ ਦਾ ਬੀਜ ਬੋਇਆ ਜਾਵੇ ਔਰ ਬਹੁਤ ਸਾਰਾ ਬਰਕਤ ਦਾ ਫਲ ਲੱਗ ਜਾਵੇ, ਬਹੁਤ ਸਾਰੀ ਆਸ਼ਾ ਆ ਜਾਵੇ, ਬਹੁਤ ਸਾਰੀ ਸ਼ਾਂਤੀ ਆ ਜਾਵੇ, ਬਹੁਤ ਕੁਝ ਲੱਭਦੇ ਨੇ। ਲੇਕਿਨ ਉਸ ਤੋਂ ਪਹਿਲਾਂ ਬੀਜ ਦਾ ਜਿਹੜਾ ਅਸੀਂ ਬੀਜਣ ਵਾਸਤੇ ਤਿਆਰ ਬੈਠੇ ਹਾਂ, ਸਾਨੂੰ ਉਸ ਤੋਂ ਪਹਿਲਾਂ ਤਿਆਰੀ ਦੀ ਲੋੜ ਆ। ਸੋ ਪਿਆਰੇ ਭੈਣ ਭਾਈਓ, ਅੱਜ ਅਸੀਂ ਪਰਮੇਸ਼ਵਰ ਦੇ ਇਸ ਵਚਨ ਦੇ ਦੁਆਰਾ ਔਰ ਵਚਨ ਨੂੰ ਸਿੱਖਾਂਗੇ ਕਿ ਬੀਜ ਤੋਂ ਪਹਿਲਾਂ ਸਾਨੂੰ ਤਿਆਰੀ ਕਰਨੀ ਪਵੇਗੀ, ਗੌਰ ਕਰਨਾ ਪਵੇਗਾ, ਉਹਦੀ ਵੱਲ ਧਿਆਨ ਕਰਨ ਦੀ ਲੋੜ ਹੈ। ਸੋ ਬਾਈਬਲ ਵਿੱਚ ਔਰ ਪਹਿਲਾ ਨੰਬਰ ਹੈ ਔਰ ਬੀਜ ਬੀਜਣ ਦੀ ਤਿਆਰੀ, ਔਰ ਦੂਸਰਾ ਨੰਬਰ ਹੈ ਔਰ ਉਹਦੇ ਵੱਲ ਧਿਆਨ ਕਰਨਾ ਔਰ ਉਹਦਾ ਬੀਜ ਬੀਜਦੇ ਵਕਤ ਉਹਦੀ ਹੁਸ਼ਿਆਰੀ। ਜਦੋਂ ਅਸੀਂ ਬੀਜ ਬੀਜਦੇ ਹਾਂ ਤਾਂ ਸਾਨੂੰ ਹੁਸ਼ਿਆਰ ਰਹਿਣ ਦੀ ਲੋੜ ਹੈ, ਸਾਨੂੰ ਗੌਰ ਕਰਨ ਦੀ ਲੋੜ ਹੈ ਕਿ ਮੇਰਾ ਬੀਜ ਕਿੱਥੇ ਬੀਜਿਆ ਜਾ ਰਿਹਾ ਹੈ। ਪ੍ਰਭੂ ਯਿਸੂ ਮਸੀਹ ਨੇ ਮੱਤੀ ਦੀ ਅੰਜੀਲ 13 ਅਧਿਆਇ ਵਿੱਚੋਂ ਔਰ ਆਖਿਆ ਵੇਖੋ ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿਕਲਿਆ। ਮੈਂ ਅੱਗੇ ਵੀ ਅੱਜ ਤੁਹਾਨੂੰ ਪੜਾਂਗਾ। ਔਰ ਵਚਨ 'ਚ ਲਿਖਿਆ, ਅਤੇ ਉਸਨੇ ਬੀਜ ਦੀਆਂ ਕੁਝ ਪਏ ਵੱਲ ਕਿਰਪਿਆ ਅਤੇ ਪੰਛੀ ਆ ਕੇ ਉਹਨੂੰ ਚੁੱਕ ਗਏ।
ਅਤੇ ਕੁਝ ਪਥਰੀਲੀ ਜ਼ਮੀਨ 'ਚ ਗਿਰਿਆ ਅਤੇ ਉਹਨੂੰ ਬਹੁਤ ਹੀ ਮਿੱਟੀ ਨਾ ਮਿਲੀ, ਔਰ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਹੀ ਉੱਗ ਪਿਆ। ਜਦ ਸੂਰਜ ਚੜ੍ਹਿਆ ਤਾਂ ਕਮਲ ਆ ਗਿਆ ਅਤੇ ਜੜ ਨਾ ਫੜਨ ਦੇ ਕਾਰਨ ਸੁੱਕ ਗਿਆ। ਅਤੇ ਕੁਝ ਕੰਡਿਆਲਿਆਂ ਵਿੱਚ ਗਿਰਿਆ ਅਤੇ ਕੰਡਿਆਲਿਆਂ ਨੇ ਵੱਧ ਕੇ ਉਹਨੂੰ ਦਬਾ ਲਿਆ। ਅਤੇ ਕੁਝ ਚੰਗੀ ਜ਼ਮੀਨ 'ਚ ਗਿਰਿਆ, ਫਲਿਆ ਕੁਝ 100 ਗੁਣਾ, ਕੁਝ 60 ਗੁਣਾ ਅਤੇ ਕੁਝ 30 ਗੁਣਾ। ਔਰ ਅਸੀਂ ਵਚਨ 'ਚ ਵੇਖਦੇ ਹਾਂ, ਜਿਹਦੇ ਕੰਨ ਹੋਣ ਸੋ ਸੁਣੇ। ਬਾਈਬਲ 'ਚ ਅੱਗੇ ਵੀ ਲਿਖਿਆ ਹੈ ਕਿ ਜਿਹਦੇ ਕੰਨ ਹੋਣ ਸੋ ਸੁਣੇ। ਬਾਈਬਲ 'ਚ ਲਿਖਿਆ ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ ਫਲਿਆ। ਉਹੀ ਬੀਜ ਫਲਿਆ ਜਿਹੜਾ ਚੰਗੀ ਜ਼ਮੀਨ ਦੇ ਵਿੱਚ ਗਿਰਿਆ ਸੀ। ਸੋ ਜਿਹੜੇ ਕੰਡਿਆਲਿਆਂ 'ਚ ਡਿੱਗੇ ਸੀ ਔਰ ਉਹਨੂੰ ਬੀਜ ਨੂੰ ਕੋਈ ਫਾਇਦਾ ਨਹੀਂ, ਅੱਗੇ ਵੱਧ ਤੇ ਗਿਆ ਏ, ਉੱਗ ਤੇ ਗਿਆ ਏ, ਲੇਕਿਨ ਕੰਡਿਆਲਿਆਂ ਨੇ ਦਬਾ ਲਿਆ ਏ ਔਰ ਦਬਾਉਣ ਦੇ ਕਾਰਨ ਹੀ ਔਰ ਉਹ ਬੀਜ ਜਿਹੜਾ ਹੈ ਅੱਗੇ ਵੱਧ ਨਹੀਂ ਸਕਿਆ, ਫਲ ਨਹੀਂ ਲਿਆ ਸਕਿਆ। ਜਿਹੜਾ ਪਥਰੀਲੀ ਜ਼ਮੀਨ 'ਚ ਡਿੱਗਾ ਹੈ ਉੱਗ ਤੇ ਗਿਆ ਏ, ਲੇਕਿਨ ਉਹਨੂੰ ਪੱਥਰ ਸਖਤ ਹੈ, ਉਹਦੀ ਜੜ ਥੱਲੇ ਨਹੀਂ ਪਹੁੰਚੀ ਅਤੇ ਜੜ ਡੂੰਘੀ ਹੋਣ ਦੇ ਨਾ ਕਾਰਨ ਹੀ ਅੱਗੇ ਨਹੀਂ ਵੱਧ ਸਕਿਆ ਤੇ ਉਹ ਵੀ ਸੁੱਕ ਗਿਆ, ਉਹ ਵੀ ਫਲ ਨਹੀਂ ਲਿਆ ਸਕਿਆ। ਔਰ ਜਿਹੜਾ ਪਹੇ ਤੇ ਡਿੱਗਾ ਸੀ ਉਹ ਤੇ ਜ਼ਮੀਨ ਹੀ ਨਹੀਂ ਬਣੀ ਸੀ ਫਲ ਲਿਆਉਣ ਵਾਲੀ, ਕਿਉਂਕਿ ਉਹ ਸੜਕ ਦੇ ਕਿਨਾਰੇ ਡਿੱਗਾ ਪਿਆ ਸੀ ਪਹੇ ਤੇ। ਇਸ ਕਰਕੇ ਪੰਛੀਆਂ ਨੂੰ ਬੀਜ ਨਜ਼ਰ ਆ ਗਿਆ, ਪੰਛੀ ਚੁੱਗ ਗਏ, ਖਾ ਗਏ ਅਤੇ ਉਹ ਵੀ ਬੀਜ ਫਲ ਨਹੀਂ ਲਿਆ ਸਕਿਆ। ਬੀਜ ਬਸ ਉਹੀ ਫਲ ਲਿਆ ਸਕਿਆ ਔਰ ਜਿਹੜਾ ਚੰਗੀ ਜ਼ਮੀਨ ਦੇ ਵਿੱਚ ਔਰ ਵਧੀਆ ਵਾਹੀ ਕੀਤੀ ਸੀ ਔਰ ਮਿੱਟੀ ਵਿੱਚ ਸੀ ਔਰ ਦੱਬੀ ਹੋਈ ਮਿੱਟੀ ਵਿੱਚ ਸੀ ਔਰ ਨਰਮ ਮਿੱਟੀ ਵਿੱਚ ਸੀ, ਜੰਗਲੀ ਨਹੀਂ, ਉਹ ਸਾਫ਼ ਸੁਥਰੀ ਸੀ ਔਰ ਉਹ ਬੀਜ ਉੱਗਿਆ, 30, 60, 100 ਗੁਣਾ ਫਲ ਲੈ ਕੇ ਆਇਆ। ਤੁਹਾਡੀ ਤੇ ਮੇਰੀ ਜ਼ਿੰਦਗੀ ਵਿੱਚ ਇਹੋ ਜਿਹੀ ਆ, ਜੇ ਅਸੀਂ ਵੀ ਦੁਨੀਆ ਦੀਆਂ ਗੱਲਾਂ ਵੱਲ ਧਿਆਨ ਕਰਦੇ ਆ, ਲੋਕਾਂ ਵੱਲ ਧਿਆਨ ਕਰਦੇ ਆ, ਜਾਂ ਫਿਰ ਚੱਲਦੇ ਆ ਪਰ ਮਜ਼ਬੂਤ ਹੋ ਕੇ ਨਹੀਂ ਚੱਲਦੇ, ਪ੍ਰਭੂ ਵਿੱਚ ਜੜ ਨਹੀਂ ਫੜਦੇ, ਪਰ ਅਸੀਂ ਉੱਪਰੋਂ ਮੰਨਦੇ ਆ, ਜਾਂ ਫਿਰ ਅਸੀਂ ਦੁਨੀਆ ਦੇ ਰਿਸ਼ਤੇਦਾਰਾਂ ਦੀਆਂ, ਮਹੱਲੇ ਦੇ ਲੋਕਾਂ ਦੀਆਂ, ਦੁਨੀਆ ਦੇ ਲੋਕਾਂ ਦੀਆਂ ਔਰ ਗੱਲਾਂ ਵਿੱਚ ਧਿਆਨ ਕਰਦੇ, ਅਸੀਂ ਕਦੀ ਫਲ ਨਹੀਂ ਲਿਆ ਸਕਦੇ। ਸੋ ਪਿਆਰੇ ਭੈਣ ਭਾਈਓ, ਜਿਹੜੀ ਔਰ ਬੀਜ ਹੈ ਔਰ ਅਸੀਂ ਇਸ ਪਰਮੇਸ਼ਵਰ ਦੇ ਵਚਨ ਨੂੰ ਲੈਣਾ ਹੈ, ਪ੍ਰਭੂ ਦਾ ਵਚਨ ਹੈ ਔਰ ਅਸੀਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਬੋਣਾ ਹੈ। ਔਰ ਜਿਹੜਾ ਸੰਸਾਰ ਹੈ ਇੱਕ ਖੇਤੀ ਦੇ ਸਮਾਨ ਹੈ, ਖੇਤੀ ਬਹੁਤ ਔਰ ਇੱਕ ਪੈੜੀ ਦੇ ਸਮਾਨ ਹੈ। ਇਹਦੇ ਵਿੱਚ ਚੰਗੇ ਮਾੜੇ, ਜੰਗਲੀ ਬੂਟੀ ਸਭ ਕੁਝ ਉੱਗਦਾ ਹੈ। ਬਹੁਤ ਦੁਨੀਆ ਵਿੱਚ ਬਹੁਤ ਚੰਗੇ ਵੀ ਲੋਕ ਨੇ, ਮਾੜੇ ਵੀ ਲੋਕ ਨੇ, ਔਰ ਲੇਕਿਨ ਅਸੀਂ ਆਪਣੇ ਵਚਨ ਦੇ ਵੱਲ, ਬੀਜ ਵੱਲ ਧਿਆਨ ਕਰਨਾ ਹੈ ਕਿ ਮੇਰੀ ਜ਼ਿੰਦਗੀ ਦੇ ਅੰਦਰ ਜਾਵੇ ਅਤੇ 30, 60, 100 ਗੁਣਾ ਫਲ ਲੈ ਕੇ ਆਵੇ। ਆਪਣੀ ਦੇਹੀਆਂ ਨੂੰ ਅਸੀਂ ਚੰਗੀ ਜ਼ਮੀਨ ਦੀ ਤਰ੍ਹਾਂ ਔਰ ਤਿਆਰ ਕਰਨਾ ਹੈ ਔਰ ਅਸੀਂ ਹੁਸ਼ਿਆਰੀ ਕਰਨੀ ਹੈ। ਜਦੋਂ ਬੀਜ ਬੋਇਆ ਜਾਵੇ, ਸੇਵਕ ਵਚਨ ਸੁਣਾਵੇ, ਜਾਂ ਫਿਰ ਅਸੀਂ ਜਦੋਂ ਵਚਨ ਨੂੰ ਸੁਣੀਏ ਅਤੇ ਸਾਡੇ ਕੰਨ ਖੁੱਲੇ ਰਹਿਣ, ਅਸੀਂ ਇਸ ਪਰਮੇਸ਼ਵਰ ਦੇ ਵਚਨ ਵੱਲ ਧਿਆਨ ਕਰੀਏ। ਸੋ ਪਿਆਰੇ ਭੈਣ ਭਾਈਓ, ਮੈਂ ਦੱਸਣਾ ਚਾਹੁੰਦਾ ਹੈ ਕਿ ਸੱਚਮੁੱਚ ਹੀ ਅੱਜ ਸਾਨੂੰ ਗੌਰ ਕਰਨ ਦੀ ਲੋੜ ਹੈ। ਬਾਈਬਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਆਖਿਆ ਗੌਰ ਕਰਨਾ। ਅਸੀਂ ਵੇਖਦੇ ਹਾਂ ਕਿ 4 ਤਰ੍ਹਾਂ ਦੀ ਜ਼ਮੀਨ ਪ੍ਰਭੂ ਯਿਸੂ ਮਸੀਹ ਨੇ ਇਸ ਜਗ੍ਹਾ ਤੇ ਉਸ ਬੀਜ ਬੀਜਣ ਵਾਲੇ ਦ੍ਰਿਸ਼ਟਾਂਤ ਦੇ ਬਾਰੇ ਦੱਸਿਆ, 4 ਤਰ੍ਹਾਂ ਦੀ ਜ਼ਮੀਨ ਦੇ ਬਾਰੇ। ਔਰ ਰਾਹ ਦੇ ਕਿਨਾਰੇ ਔਰ ਪਥਰੀਲੀ ਜ਼ਮੀਨ, ਝਾੜੀ ਵਾਲੀ ਅਤੇ ਚੰਗੀ ਜ਼ਮੀਨ। ਔਰ ਰਾਹ ਦੇ ਕਿਨਾਰੇ ਪਥਰੀਲੀ ਜ਼ਮੀਨ, ਝਾੜੀ ਵਾਲੀ ਅਤੇ ਚੰਗੀ ਜ਼ਮੀਨ। ਅਸੀਂ ਇਹ ਗੱਲ ਸਾਡੇ ਤੇ ਡਿਪੈਂਡ ਕਰਦੀ, ਅਸੀਂ ਕਿਹੜੀ ਜ਼ਮੀਨ ਵਿੱਚੋਂ ਫਲ ਲਿਆ ਸਕਦੇ ਹਾਂ। ਇੱਕ ਚੰਗੀ ਜ਼ਮੀਨ ਵਿੱਚ ਜਿਹੜਾ ਬੀਜ ਬੋਇਆ ਜਾਵੇਗਾ ਸਿਰਫ ਉਹੀ ਫਲ ਦੇ ਸਕਦਾ ਹੈ। ਸੋ ਮੇਰੇ ਪਿਆਰੇ ਭੈਣ ਭਾਈਓ, ਅੱਜ ਸਮਾਂ ਹੈ, ਪ੍ਰਭੂ ਦੇ ਦਾਸ ਸਾਨੂੰ ਪਰਮੇਸ਼ਵਰ ਦਾ ਵਚਨ ਸੁਣਾ ਰਹੇ ਆ ਔਰ ਸਾਨੂੰ ਸਮਝਾ ਰਹੇ ਆ, ਸਾਨੂੰ ਚੰਗੀ ਸਿੱਖਿਆ ਵੀ ਦੇ ਰਹੇ ਆ। ਸਾਨੂੰ ਹਰ ਔਰ ਰੋਜ਼ ਕਹਿੰਦੇ ਨੇ, ਹਰ ਐਤਵਾਰ ਸਾਡੇ ਨਾਲ ਸੰਗਤੀ ਕਰੋ, ਸਾਡੇ ਨਾਲ ਬੈਠ ਕੇ ਬੰਦਗੀ ਕਰੋ ਔਰ ਸਾਨੂੰ ਹਰ ਐਤਵਾਰ ਸਮਾਂ ਕੱਢ ਕੇ ਪ੍ਰਭੂ ਦੇ ਘਰ ਜਾਣ ਦੀ ਲੋੜ ਹੈ, ਪ੍ਰਭੂ ਦੇ ਦਾਸਾਂ ਕੋ ਵਚਨ ਸੁਣਨ ਦੀ ਲੋੜ ਹੈ, ਉੱਤੇ ਮਨਨ ਕਰਨ ਦੀ ਲੋੜ ਹੈ। ਫਿਰ ਹੀ ਸਾਡੀ ਜ਼ਿੰਦਗੀਆਂ ਵਿੱਚ ਦੁਨੀਆ ਦੀਆਂ ਸਭ ਬਰਕਤਾਂ ਜੋ ਅਸੀਂ ਚਾਹੁੰਦੇ ਆ, ਸੰਸਾਰਿਕ ਔਰ ਆਤਮਿਕ ਬਰਕਤਾਂ ਲੱਭਦੇ ਆ, ਪਰਮੇਸ਼ਵਰ ਸਾਨੂੰ ਦੇਵੇਗਾ। ਸੋ ਮੈਂ ਦੱਸਣਾ ਚਾਹੁੰਦਾ ਹੈ ਕਿ ਅਸੀਂ ਉਹ ਰਾਹ ਦੇ ਕਿਨਾਰੇ ਵਾਲੇ ਬੀਜ ਨਾ ਬਣੀਏ ਜਿਹਨੂੰ ਪੰਛੀ ਚੁੱਕ ਕੇ ਲੈ ਗਿਆ, ਅਸੀਂ ਉਹ ਕੰਡਿਆਲੇ ਵਾਲੇ ਬੀਜ ਨਾ ਬਣੀਏ ਔਰ ਜਿਹੜਾ ਉੱਗਿਆ ਤੇ ਝਾੜੀਆਂ ਦਬਾ ਲਿਆ, ਅਸੀਂ ਉਹ ਪਥਰੀਲੀ ਜ਼ਮੀਨ ਵਾਲਾ ਬੀਜ ਨਾ ਬਣੀਏ ਜਿਹਨੂੰ ਮਿੱਟੀ ਨਹੀਂ ਮਿਲੀ ਤੇ ਸੜ ਗਿਆ। ਸੋ ਭੈਣ ਭਾਈਓ, ਅੱਜ ਵੀ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਦੀਆਂ ਨੇ। ਕਈ ਵਾਰੀ ਅਸੀਂ ਪਰਮੇਸ਼ਵਰ ਦੇ ਵਚਨ ਵੱਲ ਘੱਟ ਧਿਆਨ ਕਰਦੇ ਹਾਂ ਤੇ ਲੋਕਾਂ ਦੇ ਵੱਲ ਜ਼ਿਆਦਾ ਧਿਆਨ ਕਰਦੇ ਹਾਂ, ਰਿਸ਼ਤੇਦਾਰਾਂ ਵੱਲ ਧਿਆਨ ਕਰਦੇ ਹਾਂ, ਭੈਣ ਭਾਈਆਂ ਵੱਲ। ਔਰ ਪਰਮੇਸ਼ਵਰ ਦਾ ਵਚਨ ਸਾਡੀ ਜ਼ਿੰਦਗੀਆਂ 'ਚ ਗੌਰ ਕਰਨ ਦੀ ਬਜਾਏ ਦੁਨੀਆ ਦੀਆਂ ਗੱਲਾਂ ਨਾਲ ਗੌਰ ਕਰ ਲੈਂਦੇ ਹਾਂ, ਤਾਈਓ ਸਾਨੂੰ ਪਰਮੇਸ਼ਵਰ ਦੇ ਪਿੱਛੇ ਹਟ ਜਾਂਦੇ ਹਾਂ ਤੇ ਫਿਰ ਅਸੀਂ ਬਰਕਤ ਨਹੀਂ ਪਾ ਸਕਦੇ, ਅਸੀਂ ਅਫਲ ਰਹਿੰਦੇ ਹਾਂ, ਸਾਨੂੰ ਫਲ ਨਹੀਂ ਮਿਲਦਾ। ਸੋ ਪਿਆਰੇ ਭੈਣ ਭਾਈਓ, ਮੈਂ ਪਰਮੇਸ਼ਵਰ ਦੇ ਵਚਨ ਤੋਂ ਦੱਸਣਾ ਚਾਹੁੰਦਾ ਹੈ ਕਿ ਖੁਦਾ ਚਾਹੁੰਦਾ ਹੈ ਕਿ ਅਸੀਂ ਸੁਣੀਏ ਔਰ ਅਸੀਂ ਸੁਣ ਕੇ ਸਮਝੀਏ। ਪ੍ਰਭੂ ਚਾਹੁੰਦਾ ਹੈ ਅਸੀਂ ਸੁਣੀਏ ਅਤੇ ਸੁਣ ਕੇ ਸਮਝੀਏ ਅਤੇ ਉਹਦੇ ਤੋਂ ਚੱਲੀਏ ਅਤੇ ਉਸ ਨੂੰ ਕਬੂਲ ਕਰੀਏ। ਹਾਲੇਲੂਇਆ। ਸੋ ਸਾਨੂੰ ਪਰਮੇਸ਼ਵਰ ਦੇ ਵਚਨ ਨੂੰ ਕਬੂਲ ਕਰਨ ਦੀ ਲੋੜ ਹੈ। ਇਹਨਾਂ ਦਿਨਾਂ ਦੇ ਵਿੱਚ ਮੱਤੀ ਦੀ ਇੰਜੀਲ 13 ਅਧਿਆਇ ਤੁਸੀਂ ਹੋਰ ਵੀ ਪੜ੍ਹ ਕੇ ਦੇਖੋ, ਬਾਈਬਲ ਦੇ ਵਿੱਚ ਬਹੁਤ ਸਾਰੇ ਦ੍ਰਿਸ਼ਟਾਂਤ ਦੱਸੇ ਨੇ ਜਿਨ੍ਹਾਂ ਦੁਆਰਾ ਪ੍ਰਭੂ ਯਿਸੂ ਮਸੀਹ ਸਮਝਾ ਰਿਹਾ ਹੈ। ਸੋ ਪਿਆਰੇ ਭੈਣ ਭਾਈਓ, ਸਾਨੂੰ ਇਹਨਾਂ ਦਿਨਾਂ 'ਚ ਗੌਰ ਕਰਕੇ ਔਰ ਉਹਦੇ ਤੋਂ ਚੱਲਣ ਦੀ ਲੋੜ ਹੈ। ਹਾਲੇਲੂਇਆ। ਸੋ ਮੈਂ ਔਰ ਦੱਸਣਾ ਚਾਹੁੰਦਾ ਹੈ ਇਬਰਾਨੀਆਂ ਦੀ ਪੱਤਰੀ 2 ਅਧਿਆਏ ਉਹਦੀ ਪਹਿਲੀ ਆਇਤ ਨੂੰ ਮੈਂ ਪੜਾਂਗਾ, ਤੁਹਾਡੇ ਨਾਲ ਇੱਕ ਹੋਰ ਆਇਤ ਨੂੰ ਪੜਾਂਗਾ। ਇਬਰਾਨੀਆਂ ਦੀ ਪੱਤਰੀ 2 ਅਧਿਆਏ
ਸੋ ਇੱਥੇ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਔਰ ਦੂਸਰੇ ਅਧਿਆਏ ਦੀ ਔਰ ਪਹਿਲੀ ਆਇਤ ਨੂੰ ਮੈਂ ਪੜ੍ਹਨਾ ਜਾ ਰਿਹਾ ਵਾਂ। ਇੱਥੇ ਬਾਈਬਲ ਦੇ ਵਿੱਚ ਪੜ੍ਹਾਂਗੇ ਅਸੀਂ ਦੂਸਰਾ ਅਧਿਆਏ ਉਹਦਾ ਪਹਿਲੀ ਆਇਤ। ਹਾਂਜੀ, ਮੈਂ ਪੜਾਂਗਾ। ਇਸ ਕਾਰਨ ਚਾਹੀਦਾ ਹੈ ਜੋ ਅਸੀਂ ਇਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ। ਬਾਈਬਲ 'ਚ ਲਿਖਿਆ ਇਸ ਕਾਰਨ ਕਹਿੰਦਾ ਮੈਂ ਚਾਹੁੰਦਾ ਹਾਂ ਕਿ ਇਸ ਕਾਰਨ ਮੈਂ ਚਾਹੁੰਦਾ ਹਾਂ ਜੋ ਅਸੀਂ ਇਹਨਾਂ ਗੱਲਾਂ ਦਾ ਜਿਹੜੀਆਂ ਸੁਣੀਆਂ ਹੋਰ ਵੀ ਧਿਆਨ ਰੱਖੀਏ। ਅਜਿਹਾ ਨਾ ਹੋਵੇ ਭਈ ਕਿਤੇ ਅਸੀਂ ਉਹਨਾਂ ਤੋਂ ਵਹਿ ਕੇ ਦੂਰ ਚਲੇ ਜਾਈਏ। ਸੋ ਬਾਈਬਲ 'ਚ ਲਿਖਿਆ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਉਹਨਾਂ ਗੱਲਾਂ ਦਾ ਧਿਆਨ ਕਰੀਏ। ਕਿਤੇ ਅਜਿਹਾ ਨਾ ਹੋਵੇ ਵੀ ਕਿਤੇ ਬਹਿ ਕੇ, ਯਾਨੀ ਕਿ ਜਿਵੇਂ ਪਾਣੀ ਦਾ ਰੋੜ ਆਉਂਦਾ ਹੈ ਤੇ ਕੋਈ ਚੀਜ਼ਾਂ ਪਾਣੀ ਵਿੱਚ ਵਹਿ ਜਾਂਦੀਆਂ ਨੇ, ਕਿਤੇ ਵਹਿ ਕੇ ਅਸੀਂ ਦੂਰ ਹੋ ਜਾਈਏ। ਔਰ ਬਹੁਤ ਸਾਰੀਆਂ ਸ਼ੈਤਾਨ ਕੋਸ਼ਿਸ਼ਾਂ ਕਰਦਾ ਹੈ ਕਿ ਸਾਡੀ ਜ਼ਿੰਦਗੀ 'ਚੋਂ ਵਚਨ ਦੂਰ ਹੋ ਜਾਵੇ, ਪਰਮੇਸ਼ਰ ਦੇ ਸ਼ਬਦ ਦੂਰ ਹੋ ਜਾਣ ਔਰ ਸਾਡੀ ਜ਼ਿੰਦਗੀ 'ਚੋਂ ਖੁਦਾ ਦਾ ਗਿਆਨ, ਖੁਦਾ ਦੀ ਮੱਤ ਜਿਹੜੀ ਹੈ ਦੂਰ ਹੋ ਜਾਵੇ। ਸੋ ਪਿਆਰੇ ਭੈਣ ਭਾਈਓ, ਅਜਿਹਾ ਨਾ ਹੋਵੇ ਕਿਤੇ ਅਸੀਂ ਵੀ ਪਾਪ ਦੇ ਵਿੱਚ ਵਹਿ ਜਾਈਏ ਅਤੇ ਪਰਮੇਸ਼ਰ ਦਾ ਗਿਆਨ ਸਾਡੇ ਕੋਲ ਦੂਰ ਹੋ ਜਾਵੇ। ਸੋ ਮੈਂ ਦੱਸਣਾ ਚਾਹੁੰਦਾ ਕਿ ਸਾਨੂੰ ਅੱਜ ਗੌਰ ਕਰਨ ਦੀ ਲੋੜ ਹੈ, ਧਿਆਨ ਕਰਨ ਦੀ ਲੋੜ ਹੈ ਕਿ ਪ੍ਰਭੂ ਦੇ ਦਾਸ ਨੂੰ ਕੀ ਵਚਨ ਸੁਣਾਉਂਦੇ ਨੇ ਤੇ ਮਨਨ ਕਰਨਾ ਹੈ। ਉਹਨੂੰ ਪਰਮੇਸ਼ਰ ਕੋਲ ਪ੍ਰਾਰਥਨਾ ਕਰਨੀ ਹੈ ਕਿ ਪ੍ਰਭੂ ਜੀ ਵਚਨ ਮੇਰੀ ਜ਼ਿੰਦਗੀ 'ਚ ਬੈਠ ਜਾਵੇ ਔਰ ਇਹ ਵਚਨ ਮੇਰੀ ਜ਼ਿੰਦਗੀ 'ਚ ਕੰਮ ਕਰਨੇ ਪਾਏ। ਜੇਕਰ ਜਿੰਨੀ ਦੇਰ ਤੱਕ ਸਾਡੇ ਅੰਦਰ ਖੁਦਾ ਦਾ ਵਚਨ ਨਹੀਂ ਜਾਏਗਾ, ਪ੍ਰਭੂ ਦੀ ਤਾਲੀਮ ਨਹੀਂ ਜਾਏਗੀ, ਪਰਮੇਸ਼ਰ ਦਾ ਗਿਆਨ ਨਹੀਂ ਜਾਏਗਾ, ਉਨੀ ਦੇਰ ਤੱਕ ਅਸੀਂ ਫਲ ਨਹੀਂ ਲਿਆ ਸਕਦੇ। ਸੋ ਉਹ ਅੰਦਰ ਜਾਣ ਤੋਂ ਪਹਿਲਾਂ ਸੰਗਤੀ ਕਰਨਾ ਬੜਾ ਜ਼ਰੂਰੀ ਹੈ, ਪਰਮੇਸ਼ਰ ਦੇ ਵਚਨ ਨੂੰ ਅੰਦਰ ਹਾਸਲ ਕਰਨਾ ਬੜਾ ਜ਼ਰੂਰੀ ਹੈ। ਸੋ ਪਿਆਰੇ ਭੈਣ ਭਾਈਓ, ਇਸ ਛੋਟੇ ਜਿਹੇ ਵੀਡੀਓ ਦੇ ਜ਼ਰੀਏ ਮੈਂ ਤੁਹਾਨੂੰ ਪਰਮੇਸ਼ਰ ਦੇ ਵਚਨ ਨੂੰ ਦੱਸਿਆ ਕਿ ਅਸੀਂ ਕਿਸ ਤਰ੍ਹਾਂ ਔਰ ਪਰਮੇਸ਼ਰ ਦੇ ਵਚਨ 'ਚ ਵਧਣਾ ਹੈ। ਇੱਕ ਚੰਗਾ ਬੀਜ ਬਣੋ ਅਤੇ 30, 60, 100 ਗੁਣਾ ਫਲ ਲਿਆਓ। ਤੁਸੀਂ ਆਪਣੇ ਘਰ ਪਰਿਵਾਰ ਦੇ ਲਈ ਵੀ, ਇੱਕ ਆਪਣੇ ਆਸ਼ੀਸ਼ਾਂ ਦੇ ਲਈ ਵੀ, ਆਪਣੇ ਗਵਾਂਢੀਆਂ ਦੇ ਲਈ ਵੀ ਚੰਗਾ ਬੀਜ ਬਣ ਜਾਓ ਔਰ ਆਪਣੇ ਦੋਸਤਾਂ ਮਿੱਤਰਾਂ ਦੇ ਲਈ ਵੀ, ਆਪਣੇ ਭੈਣ ਭਰਾਵਾਂ ਦੇ ਲਈ ਵੀ ਇੱਕ ਚੰਗਾ ਬੀਜ ਬਣੋ ਤਾਂ ਕਿ ਤੁਸੀਂ ਫਲ ਲਿਆ ਸਕੋ। ਤੁਹਾਡੀ ਜ਼ਿੰਦਗੀ ਐਸੀ ਬਦਲ ਜਾਵੇ ਮਸੀਹ ਵਿੱਚ ਆ ਕੇ ਕਿ ਸਭ ਲੋਕ ਕਹਿਣ ਕਿ ਸੱਚਮੁੱਚ ਹੀ ਇਹ ਇਨਸਾਨ ਕਿਸ ਤਰ੍ਹਾਂ ਬਦਲ ਗਿਆ, ਕਿੱਦਾਂ ਹੋ ਗਿਆ, ਇਹਦੇ ਨਾਲ ਇਹਦੀ ਜ਼ਿੰਦਗੀ 'ਚ ਕੀ ਕੰਮ ਆ ਗਏ ਨੇ, ਕਿੱਦਾਂ ਇਹਦੀ ਨਸ਼ਾ ਛੁੱਟ ਗਿਆ, ਕਿੱਦਾਂ ਇਹਦੀ ਲੜਾਈ ਝਗੜੇ ਵਾਲਾ ਸੁਭਾਅ ਬਦਲ ਗਿਆ, ਕਿੱਦਾਂ ਇਹਦੀ ਜ਼ਿੰਦਗੀ 'ਚ ਗੁੱਸਾ ਕ੍ਰੋਧ ਖਤਮ ਹੋ ਗਿਆ, ਕਿੱਦਾਂ ਇਹ ਬੰਦਾ ਪਾਪੀ ਸੀ ਅੱਜ ਕਿੱਦਾਂ ਧਰਮੀ ਬਣ ਗਿਆ ਹੈ। ਸਿਰਫ ਪਰਮੇਸ਼ਰ ਦਾ ਵਚਨ ਹੀ ਅੱਜ ਅਸੀਂ ਗੌਰ ਕਰਾਂਗੇ, ਆਪਣੀ ਜ਼ਿੰਦਗੀ 'ਚ ਲੈ ਕੇ ਆਵਾਂਗੇ ਤੇ ਫਿਰ ਅਸੀਂ ਪਾਪੀ ਨੂੰ ਧਰਮੀ ਬਣਾਂਗੇ। ਫਿਰ ਅਸੀਂ ਔਰ ਸ਼ਰਾਬੀਆਂ ਤੋਂ ਅਸੀਂ ਚੰਗੇ ਲੋਕ ਬਣ ਜਾਵਾਂਗੇ, ਝਗੜੇ ਕਰਨ ਵਾਲਿਆਂ ਤੋਂ ਅਸੀਂ ਪਿਆਰ ਕਰਨ ਵਾਲੇ ਬਣ ਜਾਵਾਂਗੇ। ਪ੍ਰਭੂ ਦਾ ਵਚਨ ਸਾਨੂੰ ਬਣਾਵੇਗਾ। ਸਾਨੂੰ 30, 60, 100 ਗੁਣਾ ਫਲ ਲਿਆਉਣ ਦੀ ਲੋੜ ਹੈ। ਇੱਕ ਚੰਗੀ ਜ਼ਮੀਨ ਔਰ ਚੰਗੀ ਵਾਹੀਦ ਕਰਨ ਦੀ ਲੋੜ ਹੈ, ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ। ਸੋ ਇਹਨਾਂ ਦਿਨਾਂ 'ਚ ਅਸੀਂ ਆਪਣੇ ਨੂੰ ਤਿਆਰ ਕਰੀਏ ਤਾਂ ਕਿ ਪ੍ਰਭੂ ਦਾ ਵਚਨ ਸਾਡੀ ਜ਼ਿੰਦਗੀ 'ਚ ਬਰਕਤ ਲੈ ਕੇ ਆਵੇ। ਇਸ ਵਚਨ ਦਾ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਸਾਰਿਆਂ ਨੂੰ ਜੈ ਮਸੀਹ ਦੀ।